ਤੁਸੀਂ ਬਿਜਲੀ ਚਾਹੁੰਦੇ ਹੋ, ਉਹ ਵੀ ਉਹਨਾਂ ਦੇ ਹਵਾਲੇ। ਤੁਹਾਡੇ ਬੱਚਿਆਂ ਨੂੰ ਵਿੱਦਿਆ ਚਾਹੀਦੀ ਹੈ, ਉਹ ਵੀ ਉਹਨਾਂ ਦੇ ਹਵਾਲੇ। ਤੁਸੀਂ ਬਿਮਾਰ ਹੋ, ਤੁਹਾਨੂੰ ਦਵਾਈਆਂ ਚਾਹੀਦੀਆਂ ਨੇ, ਹਸਪਤਾਲ ਚਾਹੀਦੇ ਨੇ, ਸਰਕਾਰ ਕਹਿੰਦੀ ਹੈ ਉਹ ਵੀ ਉਹਨਾਂ ਦੇ ਹਵਾਲੇ। ਤੁਸੀਂ ਬੱਸਾਂ ਸਫ਼ਰ ਕਰਦੇ ਹੋ, ਰੇਲਾਂ ਸਫ਼ਰ ਕਰਦੇ ਹੋ, ਤੁਹਾਡੀ ਲੋੜ ਹੈ, ਸਰਕਾਰ ਕਹਿੰਦੀ ਹੈ ਵੀ ਉਹਨਾਂ ਦੀ हवाई अड्डे, बंदरगाह, कॉलेजियां, खाना कारखाने, कुल मामले कुल चीज़ों से सरकार उन्होंने कब्जे करना चाहिए। बीज, ट्रैक्टर, खादा, तेल सारा की मर्जी करोगे। पढ़ा करते अनाज करते, पढ़ा करते, लोगों के ढिड करते, कारपोरेट करते, बैंक बनाए। ਤਾਂ ਇਹ ਗੱਲ ਕਰਨਾ ਵੀ ਸਾਡੀ ਜਿਲਤ ਨੂੰ ਤੁਸੀਂ ਪੈਸਿਆਂ ਨਾਲ ਸਰਕਾਰ ਦੀ, ਤਾਂ ਕਿ ਜਿਹੜਾ ਸਾਡਾ ਖੇਤਾਂ ਨੂੰ ਪੈਦਾ ਹੋਇਆ ਅਨਾਜ ਹੈ ਉਹ ਸਰਕਾਰ ਦੇ ਗਦਾਮਾਂ 'ਚ ਜਾਵੇ। ਜੇ ਉਹ ਸਰਕਾਰ ਦੇ ਗਦਾਮਾਂ 'ਚ ਹੈ ਤਾਂ ਸਾਡੀ ਇੱਕ ਜ਼ਿੰਮੇਵਾਰੀ ਹੈ ਪੰਜਾਬ ਦੇ ਹਿੰਦੁਸਤਾਨ ਦੇ ਕਿਸਾਨਾਂ ਦੀ ਕਿ ਅਸੀਂ ਸਾਰੇ ਦੇਸ਼ ਦੇ ਲੋਕਾਂ ਨੂੰ ਢਿੱਡ ਭਰਵੀਂ ਰੋਟੀ ਦੇਣ ਦੀ ਗਰੰਟੀ ਧੱਕੇ ਦੇ ਕੇ ਬਾਹਰ ਕੱਢ ਤੇ ਸਾਡੇ ਲੋਕਾਂ ਨੂੰ ਇਹਨਾਂ ਦੇ ਆਪ ਹੋਣਗੇ। ਸਾਡੀਆਂ ਬੜੀਆਂ ਹੋਈਆਂ ਕੁੜੀਆਂ ਇਹ ਜਾਣਦੇ ਉੱਤਰ ਦਾ ਮੁਕਰਾ। मैं कॉमरेड शाहीन हूँ, मैं दिल्ली से हूँ। मैं ट्रेड यूनियन सेंटर ऑफ इंडिया TUCI का कार्यकर्ता हूँ। अब जहाँ पर यूनियन का धरना था उसमें क्या करने, क्यों भाग लेने, क्या हुआ? क्योंकि अभी जैसे जो मोदी सरकार है जो साम्राज्यवादी ताकतों के इशारे पे मजदूरों किसानों पे हमला चला रही है। जैसे अभी कुछ दिन पहले जो धरना चली थी, जो दिल्ली में किसान मोर्चा चला था, जिनमें किसानों ने जो 3 कृषि कानूनों का विरोध किया था, वो एक्चुअली जो साम्राज्यवादी ताकतों ने अपना जो अभी मुनाफे का डर कम हो रहा है, तो उसके दौरान अभी भारत का जो कृषि का जो मटेरियल है उसको हड़पने का प्रयास कर रहे हैं। तो हमारा जो शत्रु है, जो भारत के सत्ताधारी वर्ग है, वो एक ही है। तो इसीलिए हम मजदूर वर्ग किसानों के समर्थन में हैं। लोग कहते हैं भी केरला के लोग सबसे पढ़े लिखे हैं, बहुत हॉनेस्ट हैं, वो काम करने भी अच्छे हैं और खेती में भी बहुत आगे हैं। तो आपको कैसे लग रहा है भी मोदी सेंटर सरकार आपको ख़राब कर रही है? जैसे कि आप देख लोगे कि अगर आपका खेती नहीं होगा तो खाने के लिए मज़दूरों को खाना नहीं मिलेगा। बाकी जैसे अभी ये PDS को ख़त्म करने के प्रयास कर रहे हैं, MSP को ख़त्म करने के प्रयास कर रहे हैं। इससे एक तरफ तो खेती का किसान को अपना न्याय्य मूल्य नहीं मिलेगा, दूसरी तरफ मज़दूरों को मार्केट में जो अनाज मिलेगी वो महंगी दाम पे मिलेगी। तो इसीलिए हम इसके विरोध में हैं। दूसरे साइड में अगर आप देखेंगे कि जो अभी भारत के जो खनिज पदार्थ है जैसे क्रूड ऑयल वगैरह हो गया, ये सरकार प्राइवेटाइज कर रहे हैं। ये सरकार मतलब जो बड़े बड़े विदेशी पूंजीपति है उनके हाथ में दे रहे हैं। तो इससे जो खेती का जो इनपुट कॉस्ट है ये भी बढ़ रहे हैं। तो इस कारण किसान भी दोनों तरफ से पीछे जा रहे हैं और इधर मजदूर भी। तो इसीलिए हमारा शत्रु एक ही होता है, जो अभी भारत के जो सत्ताधारी वर्ग है, जो मतलब अंतर्राष्ट्रीय पूंजी की दलाल है। तो इसीलिए हम इसके समर्थन में हैं। मैं जगतार सिंह काला झाड़ा, सूबा प्रचार सकत्तर भारतीय किसान यूनियन एकता गुराहा। ਜਿਹੜਾ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਹੈ, ਪਿੱਛੇ ਅਸੀਂ ਦੇਖੀ ਕਿ ਸਾਲ ਤੋਂ ਸਾਡੇ ਧਰਨੇ ਵੀ ਚੱਲਦੇ ਰਹੇ ਨੇ ਦਿੱਲੀ, ਉਹਦੇ ਬਾਰੇ ਵਿੱਚ ਕੀ ਫਰਕ ਹੈ ਵੀ ਜਿਹੜਾ ਅੱਜ ਧਰਨਾ ਲਾ ਕੇ 3 ਘੰਟੇ ਲਈ ਬੰਦ ਕੀਤਾ ਗਿਆ? ਦੇਖੋ, ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਸੜਕਾਂ ਜਾਮ ਕੀਤੀਆਂ ਗਈਆਂ ਨੇ, ਰੇਲਾਂ ਜਾਮ ਕੀਤੀਆਂ ਗਈਆਂ ਨੇ। ਇਸੇ ਕੜੀ ਦੇ ਤਹਿਤ ਅਸੀਂ ਸੰਗਰੂਰ ਜ਼ਿਲ੍ਹੇ ਦੇ ਵਿੱਚ 2 ਥਾਵਾਂ ਦੇ ਉੱਤੇ ਵੱਡੇ ਪ੍ਰੋਗਰਾਮ ਕੀਤੇ ਨੇ। ਇੱਧਰ ਕਾਲਾ ਝਾੜ ਟੋਲ ਪਲਾਜ਼ੇ ਦੇ ਉੱਤੇ, ਉਧਰੋਂ ਮੂਨਕ ਜਾਖਲ ਹਾਈਵੇ ਜਾਮ ਕੀਤਾ। ਇੱਧਰੋਂ ਪਟਿਆਲੇ ਵੱਲੋਂ ਅਸੀਂ ਦਵਲਾਣ ਜਿਹੜਾ ਆਪਣਾ ਰੇਲਵੇ ਸਟੇਸ਼ਨ 'ਤੇ, ਉਧਰੋਂ ਬਠਿੰਡੇ ਦੇ ਵਿੱਚ ਰੇਲਵੇ ਜੰਕਸ਼ਨਾਂ ਜਾਮ ਕੀਤਾ। ਇਸ ਕਰਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਇਹ ਪ੍ਰੋਗਰਾਮ ਕੀਤੇ ਨੇ, ਕਿਉਂਕਿ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਨੇ ਕਿ MSP 'ਤੇ ਗਰੰਟੀ ਕਾਨੂੰਨ ਬਣਾਵਾਂਗੇ। ਉਹਦੇ 'ਚ ਸਰਕਾਰ ਉਲਟਾ ਜਿਹੜਿਆਂ ਨੇ ਕਾਲੇ ਕਾਨੂੰਨ ਲਿਖੇ ਨੇ ਉਹ ਉਹਦੇ 'ਚ ਪਾਏ ਨੇ। ਇਸ ਕਰਕੇ ਅਜੇ ਤੱਕ ਜਿਹੜੇ ਕਿਸਾਨ ਸਾਡੇ ਸ਼ਹੀਦ ਹੋਏ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਪੂਰਾ ਦਿੱਤਾ ਗਿਆ, ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ। ਜਿਨ੍ਹਾਂ ਦੇ ਕਿਸਾਨਾਂ ਦੇ ਪਰਚੇ ਦਰਜ ਨੇ ਉਹ ਪਰਚੇ ਜਿਹੜੇ ਰੱਦ ਨਹੀਂ ਕੀਤੇ ਗਏ। ਇਸ ਕਰਕੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦੇ ਉੱਤੇ ਅੱਜ ਇਹ ਕਾਲਾ ਝਾੜ ਦੇ ਵਿੱਚ ਵੱਡਾ ਇਕੱਠ ਜਿਹੜਾ ਹੋ ਗਿਆ। ਅਗਲੀ ਰਣਨੀਤੀ ਕੀ ਹੈ ਜੀ ਹੁਣ? ਅਗਲੀ ਰਣਨੀਤੀ ਹੈ ਜੋ ਸੰਯੁਕਤ ਕਿਸਾਨ ਮੋਰਚਾ ਲਿਖੂਗਾ
ਕਿਉਂਕਿ ਜਿਹੜੀ ਅਗਨੀਪਤ ਯੋਜਨਾ ਹੈਗੀ ਆ ਉਹਦੇ 'ਚ 14 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚ ਮਤਲਬ ਪ੍ਰੋਗਰਾਮ ਨੇ ਕੀਤੇ ਜਾਣਗੇ। ਉਸ ਦਿਨ ਵੀ ਅਸੀਂ ਕਰਾਂਗੇ ਜੋ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਆਉਣਗੇ ਉਹਨਾਂ ਨੂੰ ਅਸੀਂ ਹੂਬ ਲਾਗੂ ਕਰਾਂਗੇ। ਪੰਜਾਬ ਸਰਕਾਰ ਨੇ MSP ਮੂੰਗੀ ਦੇ ਦਿੱਤਾ, ਉਸ ਦੇ ਬਾਰੇ ਕੀ ਕਹੋਗੇ? ਦੇਖੋ ਉਹ ਤਾਂ ਇੱਕ ਪਖੰਡ ਕੀਤਾ ਗਿਆ ਸਰਕਾਰ ਵੱਲੋਂ, ਮੂੰਗੀ ਰੁਲ ਗਈ, ਕੁਝ ਨਹੀਂ ਕੀਤਾ ਗਿਆ। ਇਸ ਕਰਕੇ ਅਸੀਂ ਤਾਂ ਕਹਿੰਦੇ ਆ ਵੀ ਕੇਰਲਾ ਦੀ ਸਰਕਾਰ ਨੇ ਵੀ ਦਿੱਤਾ 23 ਫਸਲਾਂ ਤੇ, ਪੰਜਾਬ ਦੀ ਸਰਕਾਰ ਕਰ ਸਕਦੀ ਆ। ਇਸ ਕਰਕੇ ਜਿੰਨਾ ਕਰ ਸਕਦੀ ਆ ਉਨਾ ਕਰਨਾ ਚਾਹੀਦਾ। ਇਹ ਸਾਰਾ ਮਤਲਬ ਪਖੰਡ ਕੀਤਾ ਜਾ ਰਿਹਾ ਪੰਜਾਬ ਦੀ ਸਰਕਾਰ ਵੱਲੋਂ ਵੀ। ਇੱਥੇ ਬਹੁਤ ਵੱਡੀ ਪੱਧਰ ਤੇ ਕਿਸਾਨਾਂ ਦਾ ਝੋਨਾ ਹੁਣ ਮਾਰਿਆ ਗਿਆ, ਉਹ ਕੋਈ ਨਹੀਂ ਕਿਸੇ ਨੂੰ ਪੁੱਛ ਰਿਹਾ। ਇਸ ਕਰਕੇ ਇਹ ਆ ਵੀ ਪੰਜਾਬ ਦੀ ਸਰਕਾਰ ਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਤੋਂ ਵੱਡੀਆਂ ਆਸਾਂ ਦੀਆਂ ਲੋਕਾਂ ਨੂੰ, ਉਹਨਾਂ ਆਸਾਂ ਤੇ ਮਤਲਬ ਲੋਕ ਉਡੀਕਦੇ ਨੇ। ਇਸ ਕਰਕੇ ਉਹਨਾਂ ਆਸਾਂ ਤੇ ਮਤਲਬ ਬੂਰ ਪਾਉਣ ਤੇ 23 ਫਸਲਾਂ ਤੇ MSP ਦਾ ਪ੍ਰਬੰਧ ਵੀ ਕਰਨਾ, ਜਿਹੜੇ ਦੂਜੇ ਵਾਅਦੇ ਕੀਤੇ ਨੇ ਉਹ ਵੀ ਲਾਗੂ ਕਰਨ ਸਾਰੇ। ਕੀ ਨਾਮ ਹੈ ਜੀ? ਮੇਰਾ ਨਾਮ ਮਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ, ਸੀਨੀਅਰ ਮੀਤ ਪ੍ਰਧਾਨਾ ਬਲਾਕ ਭਾਨੀਗੜ੍ਹ ਦਾ। ਜਿਹੜਾ ਧਰਨੇ 'ਚ ਬੰਦ ਦਾ ਸੱਦਾ ਸੀ, ਅਸੀਂ ਦੇਖਿਆ ਵੀ ਲੋਕਾਂ ਦੀ ਚਹਿਲ ਪਹਿਲ ਚੱਲ ਰਹੀ ਸੀ, ਕੋਈ ਏਡਾ ਬੰਦ ਨੂੰ ਹੁਲਾਰਾ ਨਹੀਂ ਮਿਲਿਆ ਅੱਜ, ਉਸ ਬਾਰੇ ਕਿਵੇਂ ਸੋਚਦੇ ਸੀ? ਬੰਦ ਨੂੰ ਬਹੁਤ ਵੱਡਾ ਹੰਗਾਰਾ ਸੀਗਾ, ਪਰ ਜਿਹੜੇ ਕੋਈ ਜ਼ਰੂਰੀ ਕੰਮਾਂ ਵਾਲੇ ਨੇ ਐਡੀ ਗੱਲ ਆਪਣੀ ਵੀ ਨਹੀਂ ਸੀ ਵੀ ਜਮੀ ਜਾਣੀ ਕਿ ਲੋਕ ਜਿਹੜੇ ਲੋਕਲ ਲੋਕ ਪਰੇਸ਼ਾਨ ਕਰਨੇ ਨੇ। ਇਹ ਸੈਂਟਰ ਸਰਕਾਰ ਨੂੰ ਬਹੁਤ ਵੱਡਾ ਭਾਰਤ ਪੱਧਰਾ ਸੱਦਾ ਹੈ ਵੀ ਲੋਕ MSP ਦੀ ਜਿਹੜੀਆਂ ਉਹ ਮੰਗਾਂ ਨੇ ਰਹਿੰਦੀਆਂ ਦਿੱਲੀ ਦੀਆਂ, ਜਿਹੜੇ ਕਾਲੇ ਕਾਨੂੰਨਾਂ ਤੋਂ ਤੁਸੀਂ ਛੱਡ ਲਈਆਂ ਸੀਗੀਆਂ, ਉਹਦੇ ਲਈ ਲੋਕ ਲੜ ਰਹੇ ਆ, ਜੂਝ ਰਹੇ ਆ ਤੇ ਲੋਕ ਅੱਗੇ ਵਧਣਗੇ ਤੁਹਾਡੇ ਕਨੀ। ਇਹ ਤਾਂ ਇਸ ਕਰਕੇ ਜਾਣੀ ਕਿ ਭਾਰਤ ਪੱਧਰ ਦਾ ਸੱਦਾ ਸੀਗਾ ਅੱਜ ਸੰਯੁਕਤ ਮੋਰਚੇ ਵੱਲੋਂ, ਉਹ ਪੂਰਨ ਤੌਰ ਤੇ ਮੁਕੰਮਲ ਹੋਇਆ। ਇਹੋ ਜਿਹੀ ਗੱਲ ਨਹੀਂ ਹੈਗੀ ਵੀ ਰੋਡ ਚੱਲਦੇ ਰਹੇ ਆ, ਆਮ ਲੋਕਾਂ ਨੂੰ ਤੰਗ ਨਹੀਂ ਕੀਤਾ। ਤੁਸੀਂ ਕੇਂਦਰ ਨਾਲ ਲੜਾਈ ਲੜ ਰਹੇ ਸੀ, ਜੇ ਪੰਜਾਬ ਸਰਕਾਰ 'ਚ ਗੱਲ ਕਰੀਏ ਬੇਰੁਜ਼ਗਾਰ ਨੌਜਵਾਨਾਂ ਦੀ, ਕੁਝ ਦਿਨ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਦੇ ਉੱਪਰ ਬਹੁਤ ਲਾਠੀ ਚਾਰਜ ਹੋਇਆ। ਅੱਜ ਵੀ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦੇਣ ਆਉਂਦੇ ਨੇ ਸਾਡੇ CM, ਇੱਕ ਸਾਈਡ ਸਾਡੇ ਬੇਰੁਜ਼ਗਾਰਾਂ ਨੂੰ ਜਿੱਥੇ ਧੱਕੇ ਨਾਲ ਕੁੱਟ ਕੇ ਗੱਡੀਆਂ 'ਚ ਚਾੜਿਆ ਜਾਂਦਾ, ਉਹਦੇ ਬਾਰੇ ਕੀ ਕਹੋਗੇ? ਸਰਕਾਰਾਂ ਨੇ ਜਿਹੜੀਆਂ, ਅਸੀਂ ਲਗਾਤਾਰ ਬੋਲਦੇ ਹਾਂ, ਸਰਕਾਰ ਕਿਸੇ ਲੋਕਾਂ ਦੀ ਨਹੀਂ, ਸਰਕਾਰ ਉਸ ਅਯੋਗ ਲੋਕਾਂ ਦੀ ਹੈ, ਅਯੋਗਪਤੀਆਂ ਦੀਆਂ ਸਰਕਾਰਾਂ ਨੇ। ਸਰਕਾਰਾਂ ਨੇ ਕਦੇ ਵੀ ਪੂਰ ਨਹੀਂ ਸਰਕਾਰਾਂ ਉਤਰੀਆਂ, ਝੂਠ ਵੱਢ ਕੇ ਜਾਣੀ ਕਿ ਮੈਦਾਨ 'ਚ ਆਉਂਦੀਆਂ ਨੇ, ਝੂਠ ਵੱਢ ਕੇ ਰਾਜ ਕਾਇਮ ਕਰਦੀਆਂ ਨੇ। ਰੁਜ਼ਗਾਰ ਦੀ ਗੱਲ ਆਉਂਦੀ ਹੈ ਜਦੋਂ, ਉਦੋਂ ਫਿਰ ਡਾਂਗਾ ਮਾਰਦੀਆਂ ਨੇ, ਚਾਹੇ ਭਗਵੰਤ ਮਾਨ ਦੀ ਸਰਕਾਰ ਹੋਵੇ, ਚਾਹੇ ਬਾਦਲਾਂ ਦੀ ਸਰਕਾਰ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਹੋਵੇ, ਇਹਨਾਂ ਨੇ ਡਾਂਗਾ ਹੀ ਮਾਰਨੀਆਂ ਹੁੰਦੀਆਂ ਨੇ ਲੋਕਾਂ ਦਾ ਭੁਲੇਖਾ ਹੁੰਦਾ। ਕਿਉਂ? ਨਵੇਂ ਤਰੀਕੇ ਨਾਲ ਜਦੋਂ ਨਵੇਂ ਬਾਜ਼ਾਰ ਦੇ ਵਿੱਚ ਕੋਈ ਨਵੀਂ ਚੀਜ਼ ਵੇਚਣੀ ਹੁੰਦੀ ਹੈ, ਉਹਦੀ ਨਵੀਂ ਮਸ਼ਹੂਰੀ ਹੁੰਦੀ ਹੈ, ਉਹਦੀਆਂ ਨਵੀਆਂ ਗੱਲਾਂ ਹੁੰਦੀਆਂ ਨੇ, ਉਹੀ ਲੈ ਕੇ ਆਉਂਦੀ ਹੈ ਹਰੇਕ ਸਰਕਾਰ। ਸਰਕਾਰ ਕਿਸੇ ਦੀ ਨਹੀਂ ਬਣਦੀ, ਉਰੇ ਅਯੋਗਪਤੀ ਸਰਕਾਰਾਂ ਬਣਾਉਂਦੇ ਨੇ, ਉਹ ਆਪਣਾ ਲਾਭ ਲੈਂਦੇ ਨੇ। ਜਿਵੇਂ ਅੱਜ ਜੇ ਤੁਸੀਂ ਆਮ ਆਦਮੀ ਪਾਰਟੀ 'ਚ ਕਹੋ, ਰਜਿੰਦਰ ਗੁਪਤਾ ਆਮ ਆਦਮੀ ਹੈ, ਜਿਹੜਾ ਇਹਨਾਂ ਨੇ ਚੇਅਰਮੈਨ ਬਣਾਇਆ ਰਜਿੰਦਰ ਗੁਪਤਾ, ਉਹ ਆਮ ਆਦਮੀ ਹੈ। ਇਸ ਕਰਕੇ ਸਾਨੂੰ ਇਹਨਾਂ ਤੇ ਆਸ ਨਹੀਂ ਰੱਖਣੀ ਚਾਹੀਦੀ। ਸਾਨੂੰ ਇਹ ਜਿਹੜੇ ਸਾਡੇ ਮੋਰਚੇ ਨੇ, ਸਾਡੇ ਧਰਨੇ ਨੇ, ਲੋਕਾਂ ਨੂੰ ਆਪ 'ਚ ਇਕੱਠੇ ਹੋ ਕੇ ਸਰਕਾਰ ਦੇ ਗਲ ਤੱਕ ਪਹੁੰਚਣਾ ਚਾਹੀਦਾ, ਫਿਰ ਸਾਡੀ ਪੁੱਗਤ ਹੋਊਗੀ। ਸਰਕਾਰ ਨੇ ਸਾਡੀ ਨਹੀਂ ਸੁਣਨੀ। ਸਰਕਾਰ ਐਵੇਂ ਜੁਕਰੀ ਲੋਕਾਂ ਨੂੰ ਕੁੱਟੂਗੀ। ਕੋਈ ਨਸ਼ੇ ਤੇ ਕਾਬੂ ਨਹੀਂ, ਕੋਈ ਰੁਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ ਸਰਕਾਰ ਨੇ, ਸਿਰਫ ਤੇ ਸਿਰਫ ਵਾਅਦੇ ਨੇ। ਉਹ ਵਿਚਾਰੇ ਟਾਵਰਾਂ 'ਚ ਚੜੇ ਖੜੇ ਨੇ, ਉਦੋਂ ਭੈਣਾਂ ਬਣਾ ਕੇ ਉਹ ਟਾਵਰਾਂ ਤੋਂ ਇਹਨਾਂ ਦੇ ਸੁਪਰੀਮੋ ਕੇਜਰੀਵਾਲ ਨੇ ਲਾਹੇ ਸੀਗੇ। ਅੱਜ ਉਹ ਦੁਬਾਰੇ ਵਿਚਾਰੇ ਜਾਣੀ ਕਿ ਮਜਬੂਰ ਨੇ ਜ਼ਹਿਰਾਂ ਖਾਣ ਵਾਸਤੇ। ਇਸ ਕਰਕੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ, ਵੱਡੇ ਪੱਧਰ ਤੇ ਲੜਾਈ ਲੜਨੀ ਚਾਹੀਦੀ ਹੈ। ਲੜਕੀ ਅਸੀਂ ਕੁਛ ਨਾ ਕੁਛ ਕਰ ਸਕਦੇ ਹਾਂ। ਰਣਨੀਤੀ ਕੀ ਹੈ ਸਾਡੀ? ਆਉਣ ਵਾਲੇ ਸਮੇਂ 'ਚ ਤਾਂ ਰਣਨੀਤੀ ਹੈ ਵੀ ਲੋਕਾਂ ਨੂੰ ਵੱਡੇ ਪੱਧਰ ਤੇ ਜਗਾ ਕੇ, ਜਿਹੜਾ ਇਹ ਸਾਰਾ ਕੁਝ ਵੇਚ ਰਹੇ ਨੇ, ਆਉਣ ਵਾਲੇ ਸਮੇਂ 'ਚ ਪਾਣੀ ਵੀ ਵੇਚਦਾ ਸਾਡੀ ਧਰਤੀ ਦਾ, ਉਹਦੇ ਉੱਤੇ ਵੱਡੇ ਪੱਧਰ ਤੇ ਲੜਾਈ ਲੜਾਂਗੇ। MSP ਤੇ ਲੜਾਈ ਲੜਾਂਗੇ ਵੱਡੇ ਪੱਧਰ ਤੇ, ਭਾਰਤ ਪੱਧਰੀ ਲੜਾਈ ਬਣਾਵਾਂਗੇ। ਇਹ ਵੱਡੇ ਪੱਧਰ ਤੇ ਲੋਕ ਇਕੱਠੇ ਹੋਣਗੇ, ਸਰਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ ਆਉਣ ਵਾਲੇ ਸਮੇਂ 'ਚ। ਜਿਹੜੇ ਕੇਸ ਪਾਏ ਨੇ ਅੰਦੋਲਨ ਦੌਰਾਨ, ਉਹਨਾਂ ਦੀ ਵਾਪਸ ਕਰਨ ਦੀ ਗੱਲ, ਤੇ ਲੇਖਮਪੁਰ ਖੀਰੀ ਦੇ ਦੋਸ਼ੀਆਂ ਨੂੰ ਜੇਲ੍ਹਾਂ 'ਚ ਬੰਦ ਕਰਨ ਦੀ ਗੱਲ, ਜਾਂ ਜਿਹੜੇ ਸ਼ਹੀਦ ਹੋਏ ਨੇ ਮੋਰਚੇ ਦੌਰਾਨ ਕਿਸਾਨ, ਉਹਨਾਂ ਦੀ ਕੰਪਨਸੇਸ਼ਨ ਦੀ ਗੱਲ, ਤੇ ਬਿਜਲੀ ਬਿੱਲ 2020 ਨੂੰ ਵਾਪਸ ਕਰਨ ਦੀ ਗੱਲ। ਇਹਨਾਂ ਮੰਗਾਂ ਤੇ ਜਿਹੜੀਆਂ ਰਹਿੰਦੀਆਂ ਨੇ ਮੰਗਾਂ, ਉਹਨਾਂ ਤੇ ਅੰਦੋਲਨ ਵਿੱਢਿਆ ਹੋਇਆ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਇਹ ਐਕਸ਼ਨ ਹੋਏ। ਜਨਾਬ ਸਾਹਿਬ, ਅਗਲੀ ਰਣਨੀਤੀ ਕੀ ਰਹੂਗੀ ਜੇਕਰ MSP ਵਗੈਰਾ ਹੋਰ ਜਿਹੜੇ ਬਿੱਲ ਤੁਹਾਡੀਆਂ ਮੰਗਾਂ ਦੇ ਨਾ ਪੂਰੀਆਂ ਹੁੰਦੀਆਂ, ਕੀ ਰਣਨੀਤੀ ਰਹੂਗੀ? ਦੇਖੋ ਭਾਜੀ, MSP ਦੀ ਗਰੰਟੀ ਕਾਨੂੰਨ ਬਣਾਉਣ ਦੀ ਲੜਾਈ ਛੋਟੀ ਲੜਾਈ ਹੈ ਨਹੀਂ, ਵੱਡੀ ਲੜਾਈ ਹੈ। ਹਿੰਦੁਸਤਾਨ ਪੱਧਰ ਤੇ ਇਹਨੇ ਲਾਗੂ ਹੋਣਾ। ਹਿੰਦੁਸਤਾਨ ਦੀਆਂ ਸਾਰੀਆਂ ਸਟੇਟਾਂ ਦੇ ਵਿੱਚੋਂ ਜਦੋਂ ਤੱਕ ਲੋਕਾਂ ਦੇ ਸਮਝ 'ਚ ਨਹੀਂ ਆਉਂਦੀ ਗੱਲ, ਇਹਦੇ ਵਾਸਤੇ ਜਨਤਾ ਦੀ, ਪੂਰੀ ਜਨਤਾ ਦੀ ਵੱਡੀ ਲਾਮਬੰਦੀ ਦੀ ਲੋੜ ਹੈ। ਪੰਜਾਬ ਦੇ ਵਿੱਚ ਭਾਵੇਂ ਇਹ MSP ਲਾਗੂ ਹੁੰਦੀ ਹੈ, ਪਰ ਗਰੰਟੀ ਕਾਨੂੰਨ ਬਣਾਉਣਾ ਉਦੋਂ ਵੀ ਵੱਡੀ ਗੱਲ ਹੈ। ਉਹਦੀ ਖਾਤਰ ਵੀ ਸਾਰੀਆਂ ਸਟੇਟਾਂ ਨੂੰ ਉਸ ਤਰ੍ਹਾਂ ਅਵੇਅਰ ਹੋਣਾ ਪੈਣਾ, ਉਹ ਫੀਲਡ 'ਚ ਆਉਣਾ ਪੈਣਾ। ਜਦੋਂ ਤੱਕ ਉਹ ਲਾਮਬੰਦੀ ਉਹ ਲੋਕ ਸਟੇਟ ਦੇ ਜਿਹੜੇ ਜਿਵੇਂ ਬਿਹਾਰ ਹੈ, ਪੂਰਬੀ UP ਹੈ, ਪੱਛਮੀ ਬੰਗਾਲ ਹੈ, ਤੇ ਮੱਧ ਪ੍ਰਦੇਸ਼, ਮਹਾਰਾਸ਼ਟਰ ਵਰਗੇ ਸਟੇਟਾਂ ਨੇ ਜਿਹੜੀਆਂ ਉਹ ਬਰਾਬਰ ਨਹੀਂ ਖੜਦੀਆਂ, ਉਹਨਾਂ ਚਿਰ ਗਰੰਟੀ ਕਾਨੂੰਨ ਵਾਲੀ ਗੱਲ ਹੈ ਜਿਹੜੀ ਲਾਗੂ ਨਹੀਂ ਹੋ ਸਕਦੀ। ਉਹਦੀ ਲੜਾਈ ਐਡੀ ਲੜਨੀ ਪੈਣੀ ਹੈ, ਲੰਮੀ ਲੜਾਈ ਹੈ, ਜਿੱਤੀ ਜ਼ਰੂਰ ਹੈ।
ਕੀ ਲੱਗਦਾ ਗ੍ਰਾਂਟ ਸਾਹਿਬ, ਜੇਕਰ ਪੂਰੇ ਭਾਰਤ ਦੀ ਗੱਲ ਕਰੀਏ ਕਿਉਂਕਿ ਐਮਐਸਪੀ ਪੂਰੇ ਭਾਰਤ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਲੋੜ ਹੈ, ਕਿ ਇਹ ਸੰਘਰਸ਼ ਦੁਬਾਰਾ ਫੇਰ ਵੱਡਾ ਹੋ ਸਕਦਾ? ਦੇਖੋ ਸੰਘਰਸ਼ ਵੱਡਾ ਤਾਂ ਹੋਊਗਾ, ਵੱਡਾ ਤਾਂ ਇਹ ਹੋਊਗਾ ਕਿਉਂਕਿ ਸਾਰੇ ਭਾਰਤ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਤਕਰੀਬਨ ਕਾਮਨ ਨੇ, ਸਾਂਝੀਆਂ ਨੇ। ਜਿਵੇਂ ਬੇਰੁਜ਼ਗਾਰੀ ਵਾਲੀ ਹੈ, ਬਹੁਤ ਵੱਡੀ ਸਮੱਸਿਆ ਹੈ। ਕਰਜ਼ੇ ਵਾਲੀ ਹੈ ਜਿਹੜੀ, ਬਹੁਤ ਵੱਡੀ ਸਮੱਸਿਆ ਹੈ। ਖੇਤਾਂ 'ਚ ਇਨਪੁਟਸ ਹੈ ਜਿਹੜੇ ਉਹਦੇ ਲਾਗਤਾਂ ਵਧੀ ਜਾਂਦੀਆਂ ਨੇ, ਉਹ ਵੱਡੀ ਸਮੱਸਿਆ ਹੈ। ਤੇ ਸਿਹਤ ਸਹੂਲਤਾਂ ਤੇ ਪਾਣੀ ਵਾਲਾ ਜਿਹੜਾ ਕਾਨੂੰਨ ਲਾਗੂ ਕਰ ਰਹੇ, ਜਿਵੇਂ ਮਹਾਰਾਸ਼ਟਰ ਤਾਮਿਲਨਾਡੂ ਦੇ ਵਿੱਚ ਕਈ ਕੰਪਨੀਆਂ ਨੇ ਕਾਰਪੋਰੇਟ ਨਦੀਆਂ ਮੁੱਲ ਲੈ ਲਈਆਂ। ਜਿਵੇਂ ਛੱਤੀਸਗੜ੍ਹ ਦੇ ਵਿੱਚ ਇੱਕ ਨਦੀ ਦਾ ਨਾਂ ਹੈਗਾ ਵਾ, ਉਹਦਾ ਨਾਂ ਊਸ਼ਾ ਨੰਗਲ ਇਹੋ ਜਿਹਾ ਕੁਛ ਨਾਂ ਉਹਦਾ, ਉਹ ਨਦੀ ਵੈ ਲੈ ਲਈ ਛੱਤੀਸਗੜ੍ਹ ਦੇ ਵਿੱਚ। ਤਾਮਿਲਨਾਡੂ ਦੇ ਵਿੱਚ ਇੱਕ ਜਿਹੜੀ ਕਵੇਰੀ ਨਦੀ ਹੈ, ਉਹਦੀ ਇੱਕ ਲਿੰਕ ਨਦੀ ਹੈ ਭੰਗਾਨੀ, ਉਹ ਵੀ ਕੰਪਨੀ ਨੇ ਵੈ ਲੈ ਲਈ। ਜਾਣੀ ਜੇ ਨਦੀਆਂ ਕੰਪਨੀਆਂ ਵੈ ਲੈਣ ਲੱਗੀਆਂ ਕਾਰਪੋਰੇਟਾਂ ਦੇ ਵਿੱਚ ਪਾਣੀ ਆ ਗਿਆ। ਜਾਣੀ ਪਾਣੀ ਵਾਲੀ ਸੀ, ਜਿਵੇਂ ਪੰਜਾਬ ਦੇ ਵਿੱਚ ਪਾਣੀ ਡੂੰਘਾ ਜਾ ਰਿਹਾ, ਪਾਣੀ ਗੰਦਾ ਹੋ ਰਿਹਾ। ਜਾਣੀ ਉਹ ਸੰਸਾਰ ਬੈਂਕ ਨੇ ਕਿਹਾ ਵੀ ਇਹ ਸਾਰਾ ਕੁਛ ਹਵਾਲੇ ਨਿੱਜੀ ਕੰਪਨੀਆਂ ਦੇ ਹਵਾਲੇ ਕਰੋ ਤੁਸੀਂ। ਪਾਣੀ ਦੇਣਾ, ਪਾਣੀ ਸਾਫ਼ ਕਰਨਾ, ਜ਼ਮੀਨ ਦਾ ਪਾਣੀ ਗੰਧਲਾ ਪਾਣੀ ਸਾਫ਼ ਕਰਕੇ ਲੋਕਾਂ ਨੂੰ ਵੇਚਣਾ। ਯਾਨੀ ਇਹ ਸਾਰੀਆਂ ਚੀਜ਼ਾਂ ਤੇ ਸਾਰੇ ਸੋਰਸਾਂ ਤੇ ਜੇ ਕਾਰਪੋਰੇਟ ਨੇ ਕਬਜ਼ਾ ਕਰ ਲਿਆ ਤਾਂ ਵੱਡੀ ਲੜਾਈ ਹਿੰਦੁਸਤਾਨ ਪੱਧਰ ਸ਼ੁਰੂ ਹੋਈ। ਹਾਂ ਸਾਹਿਬ, ਜਿਵੇਂ ਗੱਲ ਕਰਦੇ ਹਾਂ ਕਿਉਂਕਿ ਟੱਲੇਵਾਲ ਸਾਹਿਬ ਵੱਖਰੇ ਬਿਆਨ ਦੇ ਰਹੇ ਨੇ ਤੇ ਵੱਖੋ ਵੱਖਰਾ, ਕਿਉਂਕਿ ਜਦੋਂ ਦਾ ਦਿੱਲੀ ਤੋਂ ਮੋਰਚਾ ਆਇਆ ਉਸ ਤੋਂ ਬਾਅਦ ਥੋੜ੍ਹਾ ਫਰਕ ਜ਼ਰੂਰ ਪਿਆ ਕਿਉਂਕਿ ਲਗਾਤਾਰ ਵਿਤਕਰੇਬਾਜ਼ੀ ਸ਼ੁਰੂ ਹੋ ਚੁੱਕੀ ਆ। ਇਹਦੇ ਨਾਲ ਕੀ ਲੱਗਦਾ ਕਿ ਪਹਿਲਾਂ ਵਾਲਾ ਸੰਘਰਸ਼ ਹੋਵੇਗਾ? ਦੇਖੋ ਤੁਸੀਂ ਇਹ ਦੇਖੋ ਵੀ ਜਦੋਂ ਇਹ ਐਡੀ ਵੱਡੀ ਲੜਾਈ ਉਹਨਾਂ ਲੋਕਾਂ ਨੇ ਜਿੱਤ ਲਈ ਜਿਨ੍ਹਾਂ ਦੀ ਪੋਲੀਟੀਕਲ ਅਪਰੋਚ ਕੋਈ ਨਹੀਂ, ਜਿਨ੍ਹਾਂ ਦਾ ਕੋਈ ਸੋਰਸਾਂ 'ਤੇ ਕਬਜ਼ਾ ਨਹੀਂ, ਕਿ ਵੱਡੀ ਜਮਾਤ ਨੇ ਰਾਜਨੀਤਿਕ ਪਾਰਟੀਆਂ ਨੂੰ ਪਾਸੇ ਰੱਖ ਕੇ ਉਹ ਲੜਾਈ ਜਿੱਤ ਲਈ, ਤਾਂ ਰਾਜਨੀਤਿਕ ਪਾਰਟੀਆਂ ਨੂੰ ਇਹ ਰੜਕਦੀ ਤਾਂ ਹੋਵੇਗੀ। ਤੁਸੀਂ ਸਾਰੇ ਸਾਡੇ ਨਾਲ ਰਹੇ ਹੋ। ਰਾਜਨੀਤਿਕ ਪਾਰਟੀਆਂ ਦੇ ਸਾਰੇ ਸਾਧਨਾਂ 'ਤੇ ਕਬਜ਼ੇ ਨੇ। ਉਹਨਾਂ ਨੇ ਕਿਹੜੀਆਂ ਕੜੀਆਂ ਸਾਡੇ 'ਚ ਤੋੜ ਲਈਆਂ ਤੁਸੀਂ ਦੇਖੋ। ਇੱਕ ਤਾਂ ਇਹ ਗੁੰਮਰਾਹ ਕਰਕੇ ਉਹਨਾਂ ਲੋਕਾਂ ਨੂੰ ਸਾਨੂੰ 22 ਜਥੇਬੰਦੀਆਂ ਸਾਡੀ ਚੋਣਾਂ ਲੜਾ ਦਿੱਤੀ ਪੰਜਾਬ 'ਚ, ਉਹ ਚੋਣ ਲੜਾਉਣ ਦਾ ਪੈਂਤਰਾ 'ਚ ਕਾਮਯਾਬ ਹੋ ਗਏ। ਤੇ ਚੋਣ ਵਾਲਿਆਂ ਦੇ ਵਿੱਚੋਂ ਕੁਝ ਹੁਣ ਮਾਫੀ ਮੰਗ ਕੇ ਵਾਪਸ ਆ ਗਈਆਂ, ਗਲਤੀ ਮੰਨ ਕੇ ਵਾਪਸ ਆ ਗਈਆਂ। ਅਸੀਂ ਉਹਨਾਂ ਨੂੰ ਇਸ ਸਕੀਮ 'ਚ ਲੈ ਲਿਆ। ਕੁਝ ਜਥੇਬੰਦੀਆਂ ਹੁਣ ਏਜੰਡੇ ਤੇ ਬੋਲੀ ਜਾਂਦੀਆਂ ਨੇ ਕਿ 5 ਦਿਨਾਂ ਦੇ ਵਿੱਚ ਜੇ 5 ਦਿਨ ਦਿੱਲੀ ਹੋਰ ਬਹਿ ਜਾਂਦੇ ਐਮਐਸਪੀ ਦਾ ਗਰੰਟੀ ਕਾਨੂੰਨ ਬਣ ਜਾਂਦਾ। ਤੁਸੀਂ ਸਾਰੇ ਪੜ੍ਹੇ ਲਿਖੇ ਮੀਡੀਆ ਨਾਲ ਜੁੜੇ ਹੋਏ ਹੋ। ਐਮਐਸਪੀ ਦਾ ਗਰੰਟੀ ਕਾਨੂੰਨ ਕੋਈ ਹਾਸਾ ਖੇਡ ਹੈ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਐਮਐਸਪੀ ਦਾ ਗਰੰਟੀ ਕਾਨੂੰਨ ਬਣਾ ਕੇ ਸਾਡੇ ਹੱਥ 'ਚ ਦੇ ਦੇਣ? ਇਹ 3 ਕਾਨੂੰਨਾਂ ਨਾਲ ਵੱਡੀ ਲੜਾਈ ਹੈ। ਡੱਲੇਵਾਲ ਸਾਹਿਬ ਦੀ ਆਪਣੀ ਪਹੁੰਚ ਹੈ, ਠੀਕ ਹੈ, ਉਹਦੇ ਕੋਲ 4 ਬੰਦੇ ਹੈਗੇ ਆ ਇਕੱਠੇ ਨੇ, ਉਹਦੇ ਬਾਰੇ ਜ਼ਿਆਦਾ ਤਾਂ ਨਹੀਂ ਕੁਝ ਬੋਲਣੇ, ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੱਗਾਂਗੇ। ਉਹ ਇਹ ਗੱਲ ਹੈਗੀ ਆ, ਸਾਡੀ ਕੋਸ਼ਿਸ਼ ਹੈ ਵੀ ਹਿੰਦੁਸਤਾਨ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਮੁੜ ਕੇ ਅਸੀਂ ਇਕੱਠੇ ਕਰਾਂਗੇ। 300 ਕਰੋੜ ਦਾ ਇੱਕ ਮਸਲਾ ਉਠਾ ਰਹੇ ਨੇ ਜੀ, ਉਹ ਕੀ ਚੀਜ਼ ਹੈ? ਕਹਿੰਦੇ ਵੀ 300 ਕਰੋੜ ਮਿਲਿਆ ਤਾਂ ਜਥੇਬੰਦੀਆਂ ਉੱਠੀਆਂ। 300 ਕਰੋੜ ਨਹੀਂ ਹੈ, 3000 ਕਰੋੜ ਹੈ। ਤੁਹਾਡੇ ਸਮਝਣ 'ਚ ਫਰਕ ਹੈ। ਉਹ 3000 ਕਰੋੜ ਹੈ। 3000 ਕਰੋੜ ਭਲਾ ਇੱਕ ਉਹ ਡੱਲੇਵਾਲ ਸਾਹਿਬ ਦੀ ਇੱਕ ਦਲੀਲ ਹੈ ਵੀ 3000 ਕਰੋੜ ਦੇ ਕੇ ਮੋਰਚਾ ਉਠਾਉਣ ਦੀ ਤਜਵੀਜ਼ ਕੇਂਦਰ ਨੇ ਲਿਆਂਦੀ। ਉਹ ਕਿਹਨੂੰ ਦਿੱਤੀ? ਉਹ ਕਿਹਨੂੰ ਦੇਤਾ? ਕਿ ਮੋਦੀ ਸਰਕਾਰ ਐਡੀ ਭੋਲੀ ਹੈ ਵੀ 3000 ਕਰੋੜ ਵੀ ਉਹਨੇ ਦੇਤਾ ਤੇ ਕਾਨੂੰਨ ਵੀ ਵਾਪਸ ਲੈ ਲਏ। ਸਾਨੂੰ ਜਾ ਚਲੀਏ 2 ਗੱਲਾਂ। ਤੁਸੀਂ ਉਹ ਸੌਦਾ ਕਰਦੇ ਹੋ ਜਦੋਂ ਕਿਸੇ ਨਾਲ ਕੰਡੀਸ਼ਨ ਲਾਉਂਦੇ ਹੋ ਵੀ ਪੁੱਤ ਬਣਾ ਲਾਂਗੇ ਜੇ ਤੁਸੀਂ ਹਿੱਲ ਗਿਆ ਪਰੇ। ਜੇ 3000 ਕਰੋੜ ਕਿਸੇ ਨੇ ਲਿਆ ਹੁੰਦਾ ਜ਼ਾਹਰ ਦਾ ਹੋਵੇ। ਜਾਣੀ ਇਹ ਬੇਤੁਕੀਆਂ ਗੱਲਾਂ, ਬੇਬੁਨਿਆਦ ਗੱਲਾਂ ਨੇ। ਇਹੀ ਇੱਕ ਗੱਲਾਂ ਨੇ ਜਿਹੜੀਆਂ ਇਹ ਚਾਹੁੰਦੀਆਂ ਨੇ ਵੀ ਇਹ ਕਿਤੇ ਮੁੜ ਕੇ ਨਾ ਯਾਰ ਇਕੱਠੇ ਹੋ ਜਾਣ। ਜੇ ਮੁੜ ਕੇ ਇਕੱਠੇ ਹੋ ਗਏ ਤਾਂ ਇਹਨਾਂ ਦੇ ਨਾਲ ਲੋਕ ਇਕੱਠੇ ਹੋ ਜਾਣਗੇ। ਜੇ ਲੋਕ ਇਕੱਠੇ ਹੋ ਗਏ ਤਾਂ ਫਿਰ ਲੋਕ ਤਾਂ ਉਹ ਕਰਨਗੇ ਜਿਹੜਾ ਅਸੀਂ ਨਹੀਂ ਚਾਹੁੰਦੇ। ਸੈਂਟਰ ਕਹਿੰਦਾ ਵੀ ਐਮਐਸਪੀ ਲਈ ਸਾਨੂੰ ਕਿਸਾਨਾਂ ਨੇ ਕਈ ਹਾਲੇ ਤੱਕ ਨਾਂ ਨਹੀਂ ਦਿੱਤੇ ਕਿ ਉਹਨਾਂ ਦੀ ਘਾਟ ਹੈ ਕਿਸਾਨਾਂ ਦੀ। ਸਾਡੀ ਕੋਈ ਘਾਟ ਨਹੀਂ, ਸਾਨੂੰ ਬੰਦੇ ਦੇਣ, ਅਸੀਂ ਕਮੇਟੀ ਬਣਾਉਣ ਨੂੰ ਤਿਆਰ ਹਾਂ। ਕਿਹਨੂੰ ਦਈਏ ਨਾਂ? ਉਹ ਜਿਹੜਾ ਖੇਤੀਬਾੜੀ ਸਕੱਤਰ ਹੈ ਉਹ ਚੱਕ ਕੇ ਚੇਅਰਮੈਨ ਬਣਾਤਾ, ਜਿਹੜਾ ਉਹਨਾਂ ਕਾਨੂੰਨਾਂ ਦੀ ਵਕਾਲਤ ਕਰਦਾ ਵੀ ਇਹ ਕਾਨੂੰਨ ਠੀਕ ਨੇ। ਜਿਹੜਾ ਜੇ ਇਹ ਕਹਿੰਦਾ ਵੀ ਐਮਐਸਪੀ ਇੱਥੇ ਹੋਣੀ ਨਹੀਂ ਚਾਹੀਦੀ ਤੇ ਕੰਪਨੀਆਂ ਨੂੰ ਛੁੱਟੀ ਦਿਓ, ਖੁੱਲ੍ਹੀ ਮੰਡੀ ਬਣਾਓ, ਪ੍ਰਾਈਵੇਟ ਖਰੀਦਣ, ਸਰਕਾਰੀ ਖਰੀਦ ਹੀ ਬੰਦ ਕਰੋ ਤੇ FCI ਰੱਦ ਕਰੋ, ਆ ਸਰਕਾਰੀ ਗੋਦਾਮ, ਉਹ ਤਾਂ ਉਹਨਾਂ ਦੀ ਪਹਿਰੇਦਾਰੀ ਕਰਨ ਵਾਲਾ ਤਾਂ ਚੇਅਰਮੈਨ ਬਣਾਇਆ ਹੋਇਆ। ਤੇ ਜਿਹੜੇ ਉਹਦੇ ਨਾਲ ਬਣਾਏ ਨੇ ਉਹ ਨੇ ਜਿਹੜੇ ਸਾਨੂੰ ਕਹਿੰਦੇ ਸੀ ਵੀ ਇਹਨਾਂ ਨੂੰ ਉਠਾਓ, ਕਾਨੂੰਨ ਤਾਂ ਬਾਹਲੇ ਵਧੀਆ ਨੇ। ਉਹ ਕਮੇਟੀ ਸਾਨੂੰ ਕੀ ਇਨਸਾਫ ਦੇ ਦੂਗੀ? ਅਸੀਂ 2 ਟੁਕ ਰੱਦ ਕਰਦੇ ਹਾਂ। ਸਾਡੀ 3 ਜੁਲਾਈ ਦੀ ਗਾਜ਼ੀਆਬਾਦ ਵਿੱਚ ਮੀਟਿੰਗ ਹੋਈ ਸੀ, ਉਹ ਸਾਰੀਆਂ ਜਥੇਬੰਦੀਆਂ ਨੂੰ ਰੱਦ ਕਰਤਾ ਸੀ। ਉਹ ਕਮੇਟੀ ਨੂੰ ਪੰਜਾਬ ਕੋਈ ਪ੍ਰਵਾਨ ਨਹੀਂ। ਮੂੰਗੀ ਤੇ ਐਮਐਸਪੀ ਦਿੱਤੀ, ਤੁਹਾਨੂੰ ਕਿੰਨੀ ਕੁ ਲੱਗਦੀ, ਕਿੰਨੀ ਕੁ ਠੀਕ ਹੋਈ, ਕਿੰਨੀ ਕੁ ਲੋਕਾਂ ਲਈ ਫਾਇਦੇ? ਐਮਐਸਪੀ ਦੇ ਕੇ ਅਮਲ ਦੇ ਵਿੱਚ ਲੋਕਾਂ ਦਾ ਇਹ ਹੈ ਵੀ ਸਾਨੂੰ ਐਮਐਸਪੀ ਨਹੀਂ ਮਿਲੀ। ਇਸ ਕਰਕੇ ਸਰਕਾਰ ਇਹ ਸੋਚੇ ਵੀ ਤੁਹਾਡੀ ਇਹ ਤੋਏ ਕਿਉਂ ਹੋ ਰਹੀ ਹੈ, ਜਿਹੜੀ ਗੱਲ 'ਚ ਹੋ ਰਹੀ ਹੈ ਉਹਦਾ ਕੀ ਹੀਲਾ ਹੈ। ਤੁਸੀਂ ਉਹ ਲੋਕਾਂ ਦੀ ਸੰਤੁਸ਼ਟੀ ਕਿਉਂ ਨਹੀਂ ਕਰਾ ਸਕੇ? ਦੱਸੋ, ਸਰਕਾਰ ਦਾ ਕੰਮ ਹੈ। ਟੀਚਰਾਂ ਤੇ ਲਾਠੀਚਾਰਜ ਹੋਈ ਆਮ ਆਦਮੀ ਪਾਰਟੀ ਵੱਲੋਂ। ਅੱਜ ਵੀ ਸੁਨਾਮ ਸ਼ਹੀਦਾਂ ਦੀ ਪਹਿਲਾਂ ਸ਼ਰਧਾਂਜਲੀ ਦੇ ਰਹੇ ਨੇ, ਪਰ ਉੱਥੇ ਬੇਰੁਜ਼ਗਾਰਾਂ ਨਾਲ ਬਹੁਤ ਵੱਡਾ ਧੱਕਾ ਹੋਇਆ। ਟਾਵਰ ਤੇ ਚੜੇ ਹੋਏ ਨੇ, ਟਾਵਰਾਂ ਤੇ ਚੜੇ ਨੇ, ਉਸ ਬਾਰੇ ਤੁਹਾਡੀ ਦੇਖੋ, ਬੇਰੁਜ਼ਗਾਰੀ ਦੀ ਬਹੁਤ ਵੱਡੀ ਸਮੱਸਿਆ ਹੈ। ਬੇਰੁਜ਼ਗਾਰ ਲੜ ਰਹੇ ਨੇ, ਅਸੀਂ ਉਹਨਾਂ ਦੀ ਸਪੋਰਟ ਕਰ ਰਹੇ ਹਾਂ। ਉਹਨਾਂ ਤੇ ਲਾਠੀਚਾਰਜ, ਉਹਨਾਂ ਦੇ ਧੱਕਾ ਮੁੱਕੀ ਹੁੰਦਾ, ਹਰ ਹਾਲਤ 'ਚ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ।
ਜਿਹੜਾ ਵੀ ਕੋਈ ਜਥੇਬੰਦੀ ਸਾਨੂੰ ਸਪੋਰਟ ਮੰਗੂਗੀ, ਮੰਗੇ ਚਾਹੇ ਨਾ ਮੰਗੇ, ਬਿਨਾਂ ਸ਼ਰਤ ਕੇ ਸਪੋਰਟ ਕਰ। ਓਕੇ ਜੀ, ਥੈਂਕ ਯੂ।